हेलो स्टूडेंट्स, आई एम सुखिंदर कौर फ्रॉम डिपार्टमेंट ऑफ इकोनॉमिक्स GGDST कॉलेज हरियाणा हुशियारपुर। ਅੱਜ ਅਸੀਂ ਡਿਸਟ੍ਰੀਬਿਊਸ਼ਨ ਜਿਹੜਾ ਸਾਡਾ 4th ਯੂਨਿਟ ਅਸਲ 'ਚ ਉਹਦੇ ਵਿੱਚ ਲਾਸਟ ਟੌਪਿਕ ਜਿਹੜਾ ਅਸੀਂ ਕਰਨਾ ਟੌਪਿਕ ਹੈਗਾ ਮਾਰਜਨਲ ਪ੍ਰੋਡਕਟਿਵਿਟੀ ਥਿਊਰੀ ਆਫ ਡਿਸਟ੍ਰੀਬਿਊਸ਼ਨ। ਮਾਰਜਨਲ ਪ੍ਰੋਡਕਟਿਵਿਟੀ ਥਿਊਰੀ ਆਫ ਡਿਸਟ੍ਰੀਬਿਊਸ਼ਨ, ਵੰਡ ਦਾ ਸਮਾਂਤ ਉਤਪਾਦਕਤਾ ਸਿਧਾਂਤ, ਇਹ ਟੌਪਿਕ ਹੈ ਜਿਹੜਾ ਅਸੀਂ ਅੱਜ ਕਰਨਾ। ਔਰ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਗੱਲ ਕਰਨੀ ਬਣਦੀ ਹੈ ਉਹ ਹੈਗੀ ਆ ਕਿ ਡਿਸਟ੍ਰੀਬਿਊਸ਼ਨ ਕੀ ਆ, ਵਾਟ ਇਜ਼ ਡਿਸਟ੍ਰੀਬਿਊਸ਼ਨ। ਜਿਸ ਤਰ੍ਹਾਂ ਆਪਣਾ ਰੈਂਟ, ਪ੍ਰੋਫਿਟ, ਇੰਟਰਸਟ ਥਿਊਰੀਜ਼ ਕਰ ਚੁੱਕੇ ਹਾਂ ਔਰ ਉਹਦੇ ਵਿੱਚ ਆਪਾਂ ਕਰ ਚੁੱਕੇ ਹਾਂ ਕਿ ਹਰੇਕ ਟੌਪਿਕ ਜੋ ਵੀ ਆਪਾਂ ਸਟਾਰਟ ਕੀਤਾ ਆਪਾਂ ਗੱਲ ਕੀਤੀ ਹੈ ਕਿ 4 ਫੈਕਟਰਸ ਆਫ ਪ੍ਰੋਡਕਸ਼ਨ ਹੁੰਦੇ ਆ: ਲੈਂਡ, ਲੇਬਰ, ਕੈਪੀਟਲ ਅਤੇ ਐਂਟਰਪ੍ਰੇਨਿਓਰ। ਲੈਂਡ ਨੂੰ ਉਹਦੀਆਂ ਜਿਹੜੀਆਂ ਸਰਵਿਸਿਜ਼ ਆ ਉਹਦੇ ਬਦਲੇ ਆਪਾਂ ਰੈਂਟ ਪੇ ਕਰਦੇ ਹਾਂ, ਅਤੇ ਐਂਟਰਪ੍ਰੇਨਿਓਰ ਦੀਆਂ ਸਰਵਿਸਿਜ਼ ਦਾ ਰਿਵਾਰਡ ਜਿਹੜਾ ਪ੍ਰੋਫਿਟ ਹੁੰਦਾ, ਇੰਟਰਸਟ ਜਿਹੜਾ ਉਹ ਕੈਪੀਟਲ ਦੀਆਂ ਸਰਵਿਸਿਜ਼ ਦੇ ਬਦਲੇ ਆਪਾਂ ਪੇ ਕਰਦੇ ਹਾਂ, ਦਿੰਦੇ ਹਾਂ। ਅਤੇ ਹੁਣ ਕੁਐਸਚਨ ਇਹ ਹੈ ਸਭ ਤੋਂ ਪਹਿਲਾਂ ਤਾਂ ਵੀ ਡਿਸਟ੍ਰੀਬਿਊਸ਼ਨ ਕੀ ਹੈ। ਬੇਸ਼ੱਕ ਤੁਸੀਂ ਕਾਫੀ ਇੰਟੈਲੀਜੈਂਟ ਸਟੂਡੈਂਟਸ ਆ ਕਿ ਤੁਸੀਂ ਪਹਿਲਾਂ ਹੀ ਮਤਲਬ ਇਹ ਥਿਊਰੀ ਆਫ ਡਿਸਟ੍ਰੀਬਿਊਸ਼ਨ ਕਰਵਾਉਣ ਤੋਂ ਪਹਿਲਾਂ ਹੀ ਤੁਸੀਂ ਇਹ ਜਿਹੜੀ ਕਨਸੈਪਟਸ ਹੈਗੇ ਆ ਪ੍ਰੋਫਿਟ, ਇੰਟਰਸਟ ਅਤੇ ਵਿਦ ਰੈਂਟ, ਇਹ ਤੁਸੀਂ ਕਨਸੈਪਟਸ ਜਿਹੜੇ ਆ ਇਹ ਤੁਹਾਨੂੰ ਕਲੀਅਰ ਹੋ ਗਏ ਆ। ਪਰ ਫਿਰ ਵੀ ਇੱਕ ਵਾਰ ਕਿਉਂਕਿ ਡਿਸਟ੍ਰੀਬਿਊਸ਼ਨ ਤਾਂ ਕਰਨੀ ਹੋਈ ਆ ਆਪਾਂ, ਅਤੇ ਇਸ ਲਈ ਮੈਂ ਇੱਥੇ ਇਹਦੀ ਗੱਲ ਕਰਨੀ ਜ਼ਰੂਰੀ ਆ ਕਿ ਜਿਹੜੀ ਡਿਸਟ੍ਰੀਬਿਊਸ਼ਨ ਆ ਫੈਕਟਰ ਪ੍ਰਾਈਜ਼ਸ ਕੀ ਹੁੰਦੀ ਆ ਅਸਲ 'ਚ। 4 ਜਿਹੜੇ ਫੈਕਟਰਸ ਆਫ ਪ੍ਰੋਡਕਸ਼ਨ ਆ ਉਹਨਾਂ ਦਾ ਰਿਵਾਰਡ, ਰੈਂਟ, ਇੰਟਰਸਟ, ਪ੍ਰੋਫਿਟ ਅਤੇ ਵੇਜਸ, ਠੀਕ ਆ। ਅਤੇ ਪ੍ਰੋਫੈਸਰ ਚੈਂਪੀਅਨ ਨੇ ਕੀ ਕਿਹਾ ਸੀਗਾ ਕਿ ਦੀ ਇਕਨੋਮਿਕਸ ਆਫ ਡਿਸਟ੍ਰੀਬਿਊਸ਼ਨ ਕੀ ਹੈ, ਫਿਰ ਅਕਾਊਂਟਸ ਫॉर ਦੀ ਸ਼ੇਅਰਿੰਗ ਆਫ ਵੈਲਥ ਪ੍ਰੋਡਿਊਸਡ ਬਾਈ ਦੀ ਕਮਿਊਨਿਟੀ ਅਮੰਗ ਦੀ ਫੈਕਟਰਸ ਵਿਚ ਹੈਵ ਬੀਨ ਐਕਟਿਵ ਇਨ ਇਟਸ ਪ੍ਰੋਡਕਸ਼ਨ। ਅਤੇ ਜਦੋਂ ਤੁਸੀਂ ਪ੍ਰੋਡਕਸ਼ਨ ਕਰਨੀ ਆ ਇਹਦੇ ਵਿੱਚ ਬਹੁਤ ਸਾਰੇ ਫੈਕਟਰਸ ਆ ਜਿਹੜੇ ਕੰਮ 'ਤੇ ਲੱਗਣਗੇ, ਜਿਹੜੇ ਯੂਜ਼ ਕਰਨੇ ਤੁਸੀਂ ਲੈਂਡ, ਲੇਬਰ, ਕੈਪੀਟਲ, ਐਂਟਰਪ੍ਰੇਨਿਓਰ ਆ ਜਿਹੜੇ ਮੇਨ, ਅਤੇ ਉਹਨਾਂ ਦੇ ਸਰਵਿਸਿਜ਼ ਦੇ ਬਦਲੇ ਜੋ ਤੁਸੀਂ ਉਹਨਾਂ ਨੂੰ ਦੇਣਾ ਉਹਨੂੰ ਤੁਸੀਂ ਡਿਸਟ੍ਰੀਬਿਊਸ਼ਨ ਕਹਿੰਦੇ ਹੋ। ਉਹਨਾਂ ਦਾ ਰਿਵਾਰਡ ਜੋ ਤੁਸੀਂ ਦੇਣਾ ਉਹਨੂੰ ਤੁਸੀਂ ਡਿਸਟ੍ਰੀਬਿਊਸ਼ਨ ਕਹਿੰਦੇ ਹੋ। ਮੀਨਜ਼ ਰੈਂਟ, ਲੈਂਡ ਦੇ ਉੱਤੇ ਰੈਂਟ, ਲੇਬਰ ਨੂੰ ਵੇਜਸ, ਕੈਪੀਟਲ ਨੂੰ ਇੰਟਰਸਟ ਐਂਡ ਐਂਟਰਪ੍ਰੇਨਿਓਰ ਨੂੰ ਪ੍ਰੋਫਿਟ ਜਿਹੜਾ ਤੁਸੀਂ ਦਿੰਦੇ ਹੋ ਉਹ ਡਿਸਟ੍ਰੀਬਿਊਸ਼ਨ ਹੁੰਦਾ। ਹੁਣ ਡਿਸਟ੍ਰੀਬਿਊਸ਼ਨ ਦੀਆਂ ਟਾਈਪਸ ਕਿਹੜੀਆਂ ਹੁੰਦੀਆਂ? ਕੁਐਸਚਨ ਇਹ ਆ ਕਿ ਡਿਸਟ੍ਰੀਬਿਊਸ਼ਨ ਤਾਂ ਹੋ ਗਈ ਕਿ ਜਦੋਂ ਤੁਸੀਂ ਉਤਪਾਦਨ ਦੇ ਸਾਧਨਾਂ ਨੂੰ, ਜਦੋਂ ਤੁਸੀਂ ਫੈਕਟਰਸ ਆਫ ਪ੍ਰੋਡਕਸ਼ਨ ਨੂੰ ਉਹਨਾਂ ਦੀਆਂ ਸਰਵਿਸਿਜ਼ ਦੇ ਬਦਲੇ ਉਹਨਾਂ ਦਾ ਰਿਵਾਰਡ ਪੇ ਕੀਤਾ, ਦੈਟ ਇਜ਼ ਡਿਸਟ੍ਰੀਬਿਊਸ਼ਨ, ਹੈ ਨਾ। ਅਤੇ ਵਟ ਆਰ ਦਾ ਟਾਈਪਸ ਆਫ ਡਿਸਟ੍ਰੀਬਿਊਸ਼ਨ। ਡਿਸਟ੍ਰੀਬਿਊਸ਼ਨ ਦੀਆਂ ਟਾਈਪਸ ਕੀ ਆ? ਅਤੇ ਟਾਈਪਸ ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਟਾਈਪ ਹੈਗੀ ਆ ਉਹ ਹੈਗੀ ਆ ਪਰਸਨਲ ਡਿਸਟ੍ਰੀਬਿਊਸ਼ਨ। ਜਿਹੜੀ ਟਾਈਪ ਆ ਪਰਸਨਲ ਡਿਸਟ੍ਰੀਬਿਊਸ਼ਨ ਆ, ਪਰਸਨਲ ਡਿਸਟ੍ਰੀਬਿਊਸ਼ਨ ਦੇ ਵਿੱਚ ਕੀ ਆ? ਵਿਅਕਤੀਗਤ ਡਿਸਟ੍ਰੀਬਿਊਸ਼ਨ ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਵਿਅਕਤੀਗਤ ਵੰਡ ਦਾ ਸੰਬੰਧ ਉਤਪਾਦਨ ਦੇ ਭਿੰਨ ਵਿਅਕਤੀਆਂ ਵਿੱਚ ਹੋਣ ਵਾਲੀ ਵੰਡ ਤੋਂ ਆ। ਮੀਨਜ਼ ਤੁਸੀਂ ਇਸ ਦਾ ਸੰਬੰਧ ਇੱਕ ਵਿਅਕਤੀ ਦੀ ਆਮਦਨ ਦੇ ਸਾਈਜ਼ ਤੋਂ ਹੈਗਾ ਆ, ਨਾ ਕਿ ਉਹਦੇ ਸੋਰਸ ਤੋਂ ਆ। ਮੀਨਜ਼ ਇੱਕ ਮੰਨ ਲਓ ਇੱਕ ਇੰਡੀਵਿਜੂਅਲ ਆ ਕੋਈ, ਉਹਦੀ ਇਨਕਮ 10,000 ਪਰ ਮੰਥ ਹੈਗੀ, 10,000 ਪਰ ਮੰਥ ਆ। ਇਹ ਉਸ ਦੇ ਦੁਆਰਾ ਰੱਖੇ ਗਏ ਸ਼ੇਅਰਾਂ 'ਤੇ ਉਹਦਾ ਜਿਹੜਾ ਡਿਵੀਡੈਂਟ ਆ ਔਰ ਲਗਾਨ ਦੇ ਨਿਰਧਾਰਨ ਜਾਂ ਬੈਂਕਾਂ ਵਿੱਚ ਰੱਖੀ ਜਮਾਵਾਂ ਦੇ ਵਿਆਜ ਦੇ ਨਿਰਧਾਰਨ ਜਾਂ ਇੱਕ ਫਰਮ ਰਾਹੀਂ ਉਸ ਨੂੰ ਪ੍ਰਦਾਨ ਕੀਤੀਆਂ ਵਾਲੀਆਂ ਸੇਵਾਵਾਂ ਤੋਂ ਮਿਲਣ ਵਾਲੀ ਮਜ਼ਦੂਰੀ ਦੇ ਨਿਰਧਾਰਨ ਹੋ ਸਕਦੀ ਹੈ। ਇੱਕ ਪੂੰਜੀਵਾਦੀ ਅਰਥ ਵਿਵਸਥਾ ਦੇ ਵਿੱਚ ਵਿਅਕਤੀਗਤ ਵੰਡ ਦੀ ਮੁੱਖ ਸਮੱਸਿਆ ਆਮਦਨ ਦੀ ਵੰਡ ਵਿੱਚ ਪਾਈ ਜਾਣ ਵਾਲੀ ਅਸਮਾਨਤਾ ਆ। ਮੀਨਜ਼ ਹੋ ਸਕਦਾ ਕਿਸੇ ਨੂੰ ਜਿਹੜਾ ਤੁਸੀਂ ਪੇ ਕੀਤਾ ਉਹ ਮੋਰ ਦੈਨ 10,000 ਹੋਵੇ। ਮੀਨਜ਼ ਇਹ ਤਾਂ ਹੈਗੀ ਹੈ ਕਿ ਜਿਹੜੀ ਇੰਡੀਵਿਜੂਅਲ ਡਿਸਟ੍ਰੀਬਿਊਸ਼ਨ ਉਹਦੇ ਵਿੱਚ ਜਿਹੜੀ ਇਕੁਐਲਿਟੀ ਤਾਂ ਹੈ ਹੀ ਨਹੀਂ ਆ। ਪਰ ਉਹ ਇਕੁਐਲਿਟੀ ਕਿਉਂ ਨਹੀਂ ਆ? ਜਦੋਂ ਤੁਸੀਂ ਇਹ ਡਿਸਟ੍ਰੀਬਿਊਟ ਕਰਦੇ ਹੋ ਉਹਦੇ ਵਿੱਚ ਇਕੁਐਲਿਟੀ ਇਸ ਲਈ ਨਹੀਂ ਹੈਗੀ ਕਿ ਜਿਹੜੀ ਇਨਕਮ ਆ ਲੋਕਾਂ ਦੇ ਕੋਲ ਉਹ ਇਕੁਐਲਿਟੀ ਦੇ ਵਿੱਚ ਉਹੀ ਹੈ ਨਹੀਂ। ਇਨਕਮ ਜਿਹੜੀ ਲੋਕਾਂ ਦੇ ਵਿੱਚ ਪਾਈ ਜਾਂਦੀ ਉਹਦੇ ਵਿੱਚ ਇਨਇਕੁਐਲਿਟੀ ਆਫ ਇਨਕਮ ਹੈਗੀ ਆ। ਇਨਇਕੁਐਲਿਟੀ ਆਫ ਇਨਕਮ ਹੋਣ ਦੇ ਕਰਕੇ ਜਿਹੜੀ ਸਾਡੀ ਪਰਸਨਲ ਡਿਸਟ੍ਰੀਬਿਊਸ਼ਨ ਆ ਉਹਦੇ ਵਿੱਚ ਕਾਫੀ ਸਾਰੀਆਂ ਪ੍ਰੋਬਲਮਸ ਜਿਹੜੀਆਂ ਉਹ ਆਉਂਦੀਆਂ। ਉਸ ਤੋਂ ਬਾਅਦ ਨੈਕਸਟ ਹੈਗੀ ਫੰਕਸ਼ਨਲ ਡਿਸਟ੍ਰੀਬਿਊਸ਼ਨ। ਕਿਰਿਆਤਮਕ ਵੰਡ ਇਹਨੂੰ ਕਹਿੰਦੇ ਆ ਅਸੀਂ। ਇਹਦਾ ਸੰਬੰਧ ਆਮਦਨ ਦੇ ਵੱਖ-ਵੱਖ ਸਾਧਨ ਜਿੱਦਾਂ ਲੈਂਡ, ਲੇਬਰ, ਕੈਪੀਟਲ, ਐਂਟਰਪ੍ਰੇਨਿਓਰ, ਉਹਨਾਂ ਨੂੰ ਉਹਨਾਂ ਦੇ ਕੰਮ ਦੇ ਅਕੋਰਡਿੰਗ ਜਦੋਂ ਅਸੀਂ ਵੰਡ ਕਰਦੇ ਹਾਂ। ਨਹੀਂ, ਸਾਨੂੰ ਇੱਕ ਵਾਰ ਇਨਕਮ ਹੋ ਗਈ, ਆਪਾਂ ਲੈਂਡ, ਲੇਬਰ, ਕੈਪੀਟਲ, ਐਂਟਰਪ੍ਰੇਨਿਓਰ ਨੂੰ ਯੂਜ਼ ਕਰਕੇ ਇਨਕਮ ਕਰ ਲਈ, ਪ੍ਰੋਡਕਸ਼ਨ ਕਰ ਲਈ, ਇਨਕਮ ਹੋ ਗਈ, ਦੈਨ ਮਤਲਬ ਆਮਦਨ ਹੋ ਗਈ। ਫਿਰ ਤੁਸੀਂ ਉਹਨੂੰ ਡਿਸਟ੍ਰੀਬਿਊਟ ਕਰਨਾ ਬਿਟਵੀਨ ਦੀ ਫੈਕਟਰਸ ਆਫ ਪ੍ਰੋਡਕਸ਼ਨ, ਲੈਂਡ, ਲੇਬਰ, ਕੈਪੀਟਲ ਅਤੇ ਐਂਟਰਪ੍ਰੇਨਿਓਰ ਦੇ ਵਿੱਚ। ਅਤੇ ਫਿਰ ਉਹ ਜਿਹੜੀ ਤੁਸੀਂ ਵੰਡੋਗੇ ਉਹ ਫੰਕਸ਼ਨਲ ਡਿਸਟ੍ਰੀਬਿਊਸ਼ਨ ਹੋ ਜਾਏਗੀ ਕਿ ਉਹਨਾਂ ਦੇ ਕੰਮ ਦੇ ਅਕੋਰਡਿੰਗ ਤੁਸੀਂ ਉਹਨਾਂ ਨੂੰ ਦੋਗੇ, ਰੈਂਟ ਦੋਗੇ, ਤੁਸੀਂ ਇੰਟਰਸਟ ਦੋਗੇ, ਤੁਸੀਂ ਵੇਜਸ ਦੋਗੇ ਅਤੇ ਤੁਸੀਂ ਪ੍ਰੋਫਿਟ ਪੇ ਕਰੋਗੇ। ਨੈਕਸਟ ਹੈਗਾ ਵਾਟ ਇਜ਼ ਥਿਊਰੀ ਆਫ ਫੈਕਟਰ ਪ੍ਰਾਈਜ਼ਿੰਗ। ਸਾਧਨ ਕੀਮਤ, ਜਿਹੜੀ ਅਸੀਂ ਹੁਣ ਸਾਧਨ ਕੀਮਤ ਤਾਂ ਹੋ ਗਈ ਕਿ ਸਾਧਨਾਂ ਨੂੰ, ਉਤਪਾਦਨ ਦੇ ਸਾਧਨਾਂ ਨੂੰ ਉਹਨਾਂ ਦੀਆਂ ਸਰਵਿਸਿਜ਼ ਦੇ ਬਦਲੇ ਜੋ ਆਪਾਂ ਪੇ ਕੀਤਾ ਉਹ ਸਾਧਨ ਆਮਦਨ ਆ, ਸਾਧਨ ਕੀਮਤ ਆ। ਸਾਧਨ ਕੀਮਤ ਦੀ ਥਿਊਰੀ ਕੀ ਆ?
ਹਰ ਇੱਕ ਕੰਟਰੀ ਜਿਹੜੀ ਮਰਜ਼ੀ ਹੋਵੇ ਉਹਦੇ ਵਿੱਚ ਗੁਡਸ ਵੀ ਪ੍ਰੋਡਿਊਸ ਹੁੰਦੀਆਂ, ਉਹਦੇ ਵਿੱਚ ਸਰਵਿਸਿਜ਼ ਵੀ ਪ੍ਰੋਡਿਊਸ ਹੁੰਦੀਆਂ। ਔਰ ਗੁਡਸ ਸਰਵਿਸਿਜ਼ ਜੋ ਵੀ ਤੁਸੀਂ ਪ੍ਰੋਡਿਊਸ ਕਰਨਾ, ਤੁਸੀਂ ਲੈਂਡ, ਲੇਬਰ, ਕੈਪੀਟਲ, ਐਂਟਰਪ੍ਰੇਨਿਓਰ ਨੂੰ ਕੰਮ ਤੇ ਲਗਾਓਗੇ, ਤੁਸੀਂ ਵੇਜਸ, ਇੰਟਰਸਟ, ਰੈਂਟ ਤੇ ਪ੍ਰੋਫਿਟ ਪੇ ਕਰੋਗੇ। ਔਰ ਜਦੋਂ ਤੁਸੀਂ ਵੇਜਸ, ਇੰਟਰਸਟ, ਪ੍ਰੋਫਿਟ ਤੇ ਰੈਂਟ ਪੇ ਕਰਦੇ ਹੋ, ਉਹ ਫੈਕਟਰ ਪ੍ਰਾਈਸਿੰਗ ਹੁੰਦਾ, ਠੀਕ ਆ। ਔਰ ਫੈਕਟਰ ਪ੍ਰਾਈਸਿੰਗ ਜਿਹੜੀ ਆ ਉਹ ਕਿਸ ਤਰ੍ਹਾਂ ਨਿਰਧਾਰਿਤ ਹੁੰਦੀ ਆ, ਉਹ ਕਿਸ ਤਰ੍ਹਾਂ ਡਿਟਰਮਿਨ ਹੁੰਦੀ ਆ। ਸਾਧਨ ਕੀਮਤ ਦੇ ਸਿਧਾਂਤ ਦਾ ਸੰਬੰਧ ਵੱਖ-ਵੱਖ ਸਾਧਨਾਂ ਦੀ ਕੀਮਤਾਂ ਦੇ ਨਿਰਧਾਰਣ ਨਾਲ ਆ। ਜਿਸ ਤਰ੍ਹਾਂ ਇੱਕ ਪ੍ਰਾਈਸ ਆਸਪੈਕਟ ਹੈ ਇਹਦਾ, ਇੱਕ ਇਨਕਮ ਆਸਪੈਕਟ ਆ। ਇੱਕ ਫਰਮ ਕਿਸੇ ਸਾਧਨ ਦੀਆਂ ਸੇਵਾਵਾਂ ਦੇ ਬਦਲੇ ਜਿਹੜਾ ਧਨ ਪੇ ਕਰਦੀ ਆ, ਉਹਨੂੰ ਤੁਸੀਂ ਸਾਧਨ ਕੀਮਤ ਕਹਿੰਦੇ ਆ, ਉਹਨੂੰ ਤੁਸੀਂ ਪ੍ਰਾਈਸ ਆਸਪੈਕਟ ਕਹਿੰਦੇ ਆ। ਜਿਵੇਂ ਮਜ਼ਦੂਰੀ, ਵਿਆਜ ਪੇ ਕਰਦੇ ਆ। ਅਤੇ ਇਨਕਮ ਆਸਪੈਕਟ ਕੀ ਆ ਕਿ ਉਹਨਾਂ ਦੀਆਂ ਸੇਵਾਵਾਂ ਦੇ ਬਦਲੇ ਜਿਵੇਂ ਰੈਂਟ, ਇੰਟਰਸਟ, ਪ੍ਰੋਫਿਟ, ਵੇਜਸ ਜਿਹੜੀਆਂ ਮਿਲਦੀਆਂ, ਇਹ ਤੁਹਾਡਾ ਇਨਕਮ ਆਸਪੈਕਟ ਹੈਗਾ ਆ। ਅਤੇ ਉਸ ਤੋਂ ਬਾਅਦ ਇਹ ਹੈ ਕਿ ਫੈਕਟਰ ਪ੍ਰਾਈਸਿੰਗ ਜਿਹੜੀ ਆ ਉਹਦੀ ਇੱਕ ਸੈਪਰੇਟ ਸਟੱਡੀ ਦੀ ਸਾਨੂੰ ਲੋੜ ਕੀ ਆ, ਅਤੇ ਸੈਪਰੇਟ ਸਟੱਡੀ ਦੀ ਲੋੜ ਕਿਉਂ ਆ, ਇਹਦੇ ਲਈ ਅਲੱਗ-ਅਲੱਗ ਜਿਹੜੇ ਆਨਸਰ ਉਹ ਦਿੱਤੇ ਜਾਂਦੇ ਆ। ਸਭ ਤੋਂ ਪਹਿਲਾਂ ਤਾਂ ਉਹ ਕਹਿੰਦੇ ਆ ਵੀ ਜਿਹੜਾ ਤੁਹਾਡਾ ਗੁਡਸ ਮਾਰਕੀਟ ਹੁੰਦੀ ਆ, ਉਹਦੀ ਮੰਗ ਅਤੇ ਪੂਰਤੀ ਦੇ ਦੁਆਰਾ ਤੁਹਾਡੀਆਂ ਜਿਹੜੀਆਂ ਸਪਲਾਈ ਅਤੇ ਡਿਮਾਂਡ ਦੇ ਦੁਆਰਾ ਤੁਹਾਡੀਆਂ ਪ੍ਰਾਈਸਿਸ ਡਿਸਾਈਡ ਹੋ ਜਾਂਦੀਆਂ। ਸਾਧਨ ਬਾਜ਼ਾਰ ਆ ਜਿਹੜਾ ਫੈਕਟਰ ਮਾਰਕੀਟ ਆ ਜਿਹੜੀ, ਉਹਦੇ ਵਿੱਚ ਉਹਨਾਂ ਦੀ ਸਪਲਾਈ ਅਤੇ ਡਿਮਾਂਡ ਦੇ ਨਾਲ ਤੁਹਾਡੇ ਜਿਹੜੇ ਆ ਉਹਨਾਂ ਦੇ ਜਿਹੜੇ ਪ੍ਰਾਈਸ ਆ, ਉਹਨਾਂ ਦੇ ਜਿਹੜੇ ਰੇਟ ਆ ਉਹ ਡਿਸਾਈਡ ਹੋ ਜਾਂਦੇ ਆ। ਇਸ ਲਈ ਕੀਮਤ ਨਿਰਧਾਰਨ ਅਤੇ ਸਾਧਨ ਕੀਮਤ ਨਿਰਧਾਰਨ, ਇੱਕ ਤਾਂ ਕੀਮਤ ਨਿਰਧਾਰਨ ਹੈ ਕਿ ਜਿਹੜਾ ਤੁਸੀਂ ਪ੍ਰੋਡਕਟ ਪ੍ਰੋਡਿਊਸ ਕੀਤਾ ਉਹਦਾ ਪ੍ਰਾਈਸ ਕਿੰਨਾ ਰੱਖਣਾ, ਇੱਕ ਤੁਹਾਡੇ ਜਿਹੜੇ ਫੈਕਟਰਸ ਆਫ ਪ੍ਰੋਡਕਸ਼ਨ ਆ ਉਹਨਾਂ ਨੂੰ ਕਿੰਨਾ ਪੇ ਕਰਨਾ। ਦੋਨਾਂ ਦੇ ਵਿੱਚ ਕਾਫੀ ਸਮਾਨਤਾ ਹੈ ਕਿ ਦੋਨਾਂ ਦੇ ਵਿੱਚ ਸਪਲਾਈ ਅਤੇ ਡਿਮਾਂਡ, ਸਪਲਾਈ ਐਂਡ ਡਿਮਾਂਡ ਆਫ ਗੁਡਸ ਐਂਡ ਦੈਨ ਸਪਲਾਈ ਆਫ ਲੇਬਰ ਐਂਡ ਡਿਮਾਂਡ ਫॉर ਲੇਬਰ ਇੱਕ ਤਰ੍ਹਾਂ ਦੇ ਨਾਲ ਉਹ ਸੇਮ ਆ। ਇਸ ਲਈ ਪਰ ਇਹਦੇ ਵਿੱਚ ਥੋੜ੍ਹਾ ਜਿਹਾ ਅੰਤਰ ਜ਼ਰੂਰ ਆ ਕਿ ਮੁੱਢਲੇ ਰੂਪ 'ਚ ਦੋਵੇਂ ਵੇਚਣ ਵਾਲੇ ਅਤੇ ਖਰੀਦਣ ਵਾਲਿਆਂ ਦੀ ਪ੍ਰਕਿਰਿਆ, ਪਰ ਦੋਨਾਂ 'ਚ ਅੰਤਰ ਇਹ ਆ, ਦੋਨਾਂ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਆ ਕਿਉਂਕਿ ਬਾਜ਼ਾਰ 'ਚ ਇੱਕ ਵਿਕਰੇਤਾ ਹੁੰਦਾ ਅਤੇ ਇੱਕ ਸਾਧਨ ਵਿਕਰੇਤਾ। ਮਤਲਬ ਇੱਕ ਆਉਣਾ ਪ੍ਰੋਡਕਟ ਵੇਚਦਾ ਪਿਆ, ਇੱਕ ਵਸਤੂ ਵਿਕਰੇਤਾ ਅਤੇ ਇੱਕ ਸਾਧਨ ਵਿਕਰੇਤਾ ਜਿਹੜਾ ਜਿਹੜੀਆਂ ਲੇਬਰ ਦੀਆਂ ਸਰਵਿਸਿਜ਼ ਨੂੰ ਖਰੀਦੂਗਾ। ਇਸ ਦੇ ਉਲਟ ਪਰਿਵਾਰ ਦੇ ਵਿੱਚ ਇੱਕ ਵਿਅਕਤੀ ਕਰੇਤਾ ਹੁੰਦਾ, ਇੱਕ ਸਾਧਨ ਵਿਕਰੇਤਾ ਹੁੰਦਾ। ਮੀਨਸ ਅਸੀਂ ਵਸਤੂ ਬਾਜ਼ਾਰ ਦੇ ਵਿੱਚ ਅਸੀਂ ਕਰੇਤਾ ਹਾਂ, ਪਰ ਸਾਧਨ ਬਾਜ਼ਾਰ ਦੇ ਵਿੱਚ ਅਸੀਂ ਵਿਕਰੇਤਾ ਹਾਂ ਕਿ ਵਸਤੂਆਂ ਨੂੰ ਅਸੀਂ ਖਰੀਦਦੇ ਪਏ ਹਾਂ, ਉੱਥੇ ਅਸੀਂ ਵਾਇਰ ਹਾਂ, ਪਰ ਜਦੋਂ ਅਸੀਂ ਆਪ ਸਰਵਿਸਿਜ਼ ਦੇਣੀਆਂ, ਅਸੀਂ ਐਜ਼ ਅ ਲੇਬਰਰ ਮੰਨ ਲਓ ਕੰਮ ਕਰਨਾ, ਤਾਂ ਅਸੀਂ ਆਪ ਜਿਹੜੇ ਆ ਵਿਕਰੇਤਾ ਹਾਂ। ਅਤੇ ਇਸ ਲਈ ਇਹਦੀ ਇੱਕ ਅਲੱਗ ਸਟੱਡੀ ਦੀ ਲੋੜ ਆ ਕਿ ਦੋਨਾਂ ਦੇ ਵਿੱਚ ਬੇਸ਼ੱਕ ਡਿਮਾਂਡ ਅਤੇ ਸਪਲਾਈ ਦੀ ਜਿਹੜੀ ਇੰਟਰਸੈਕਸ਼ਨ ਉਹ ਹੀ ਦੇਖੀ ਜਾਂਦੀ, ਕਿੱਥੇ ਇੰਟਰਸੈਕਟ ਹੋਣਗੇ, ਕਿੱਦਾਂ ਪ੍ਰਾਈਸ ਡਿਸਾਈਡ ਹੋਏਗਾ, ਪਰ ਦੋਨਾਂ ਦੇ ਵਿੱਚ ਫਰਕ ਜ਼ਰੂਰ ਹੈਗਾ ਆ। ਡਿਮਾਂਡ ਫਾਰ ਲੇਬਰ ਅਤੇ ਸਪਲਾਈ ਆਫ ਲੇਬਰ ਆ ਜਿਹੜੀ, ਇਹ ਡਿਮਾਂਡ ਅਤੇ ਸਪਲਾਈ ਕਿਸੇ ਪ੍ਰੋਡਕਟ ਦੀ ਜਿਹੜੀ ਉਹਦੇ ਨਾਲੋਂ ਵੱਖ ਹੁੰਦੀ ਆ, ਅਲੱਗ ਹੁੰਦੀ ਆ। ਅਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਡਿਫਰੈਂਸ ਇਨ ਦੀ ਨੇਚਰ ਆਫ ਡਿਮਾਂਡ, ਕਿੱਦਾਂ ਦਾ ਡਿਫਰੈਂਸ ਹੁੰਦਾ। ਸਭ ਤੋਂ ਪਹਿਲਾਂ ਤਾਂ ਨੇਚਰ ਆਫ ਡਿਮਾਂਡ, ਇਹਦੇ 'ਚ ਡਿਮਾਂਡ ਅਤੇ ਸਪਲਾਈ ਤਾਂ ਹੈਗੀ ਆ, ਪਰ ਨੇਚਰ ਆਫ ਡਿਮਾਂਡ ਦੇ ਵਿੱਚ ਬਹੁਤ ਫਰਕ ਆ। ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਤੁਸੀਂ ਜਿਹੜੀ ਆ ਜੁਆਇੰਟ ਡਿਮਾਂਡ ਵੀ ਹੋ ਸਕਦੀ ਆ, ਡਿਰਾਈਵਡ ਡਿਮਾਂਡ ਵੀ ਹੋ ਸਕਦੀ। ਜੁਆਇੰਟ ਡਿਮਾਂਡ ਕੀ ਆ ਕਿ ਵਸਤੂ ਬਾਜ਼ਾਰ 'ਚ ਤੁਸੀਂ ਕਿਸੇ ਇੱਕ ਵਸਤੂ ਜਿਵੇਂ ਮੰਨ ਲਓ ਐਪਲ ਜਾਂ ਕੱਪੜਿਆਂ ਦੀ ਮੰਗ ਕਰ ਸਕਦੇ ਹੋ, ਪਰ ਵਸਤੂਆਂ ਅਤੇ ਸੇਵਾਵਾਂ ਦੇ ਉਤਪਾਦਨ ਲਈ ਸਿਰਫ ਤੁਸੀਂ ਲੇਬਰਰ ਦੀ ਡਿਮਾਂਡ ਕਰਨੀ ਆ, ਜਾਂ ਪੂੰਜੀ ਦੀ ਡਿਮਾਂਡ ਕਰਨੀ ਆ, ਜਾਂ ਭੂਮੀ ਦੀ ਮੰਗ ਕਰਨੀ ਆ, ਪਰ ਮਤਲਬ ਇੱਕ ਦੀ ਡਿਮਾਂਡ ਕਰਨੀ ਹੈ, ਇੱਕ ਨਹੀਂ ਇੱਕ ਐਟ ਏ ਟਾਈਮ ਤੁਸੀਂ ਮਤਲਬ ਸਾਰਿਆਂ ਦੀ ਡਿਮਾਂਡ ਕਰਨੀ ਆ। ਉਤਪਾਦਨ ਦੇ ਕੇਵਲ ਇੱਕ ਸਾਧਨ ਰਾਹੀਂ ਵਸਤੂਆਂ ਦੇ ਉਤਪਾਦਨ ਦੀ ਕਲਪਨਾ ਕਰਨਾ ਹੀ ਮੁਸ਼ਕਿਲ ਆ। ਮੀਨਸ ਕੀ ਹੈ, ਤੁਸੀਂ ਹੋ ਸਕਦਾ ਇਕੱਲੇ ਕੱਪੜੇ ਖਰੀਦੋ, ਹੋ ਸਕਦਾ ਤੁਸੀਂ ਇਕੱਲਾ ਕੋਈ ਪ੍ਰੋਡਕਟ ਖਰੀਦੋ, ਮਤਲਬ ਇਕੱਲਾ ਐਪਲ ਖਰੀਦ ਲਓ, ਇਕੱਲੇ ਬਨਾਨਾ ਖਰੀਦ ਲਓ, ਇਕੱਲਾ ਕਰਿਆਨਾ ਲੈ ਲਓ, ਪਰ ਇੱਥੇ ਇੱਦਾਂ ਨਹੀਂ ਹੋ ਸਕਦਾ ਵੀ ਇਕੱਲੀ ਲੇਬਰ ਲੈ ਲਓ। ਤੁਹਾਨੂੰ ਲੇਬਰ ਵੀ ਚਾਹੀਦੀ ਹੋਏਗੀ, ਤੁਹਾਨੂੰ ਕੈਪੀਟਲ ਵੀ ਚਾਹੀਦੀ ਹੋਏਗੀ, ਅਤੇ ਤੁਹਾਨੂੰ ਲੈਂਡ ਵੀ ਚਾਹੀਦੀ ਹੋਏਗੀ, ਠੀਕ ਆ। ਉਸ ਤੋਂ ਬਾਅਦ ਡਿਰਾਈਵਡ ਡਿਮਾਂਡ ਕਿ ਡਿਰਾਈਵਡ ਡਿਮਾਂਡ ਹੁੰਦੀ ਜਦੋਂ ਤੁਸੀਂ ਪੂਰੀ ਪਲੈਨਿੰਗ ਦੇ ਨਾਲ ਡਿਮਾਂਡ ਕਰਦੇ ਹੋ। ਅਤੇ ਸੇਮ ਇੱਥੇ ਤੁਸੀਂ ਇੱਦਾਂ ਤਾਂ ਹੈ ਨਹੀਂ ਕਿ ਲੇਬਰ ਨੂੰ ਉਹਦੇ ਜਾਓ ਅਤੇ ਸਾਨੂੰ ਇੰਨੇ ਲੇਬਰ ਚਾਹੀਦੇ ਜੀ, ਕਿਉਂ ਚਾਹੀਦੇ ਆ, ਤੁਸੀਂ ਪੂਰੀ ਤਰ੍ਹਾਂ ਇੱਕ ਡਿਰਾਈਵ ਪੂਰੀ ਸੋਚ ਕੇ ਵਿਉਂਤ ਦੇ ਨਾਲ ਜਾਂਦੇ ਹੋ ਇਹਦੇ ਵਿੱਚ। ਮਤਲਬ ਜਿਹੜੀ ਇਹਨਾਂ ਦੀ ਡਿਮਾਂਡ ਹੁੰਦੀ ਹੈ, ਲੇਬਰ ਦੀ ਡਿਮਾਂਡ ਹੁੰਦੀ ਜਾਂ ਫੈਕਟਰਸ ਜਿਹੜੇ ਵੀ ਤੁਸੀਂ ਲੈਂਡ ਦੀ ਡਿਮਾਂਡ ਕਰਦੇ ਪਏ ਉਹ ਤੁਸੀਂ ਲੇਬਰਰ ਦੀ ਡਿਮਾਂਡ ਕਰਦੇ ਪਏ ਉਹ ਡਿਰਾਈਵਡ ਆ, ਪੂਰੀ ਸੋਚੀ ਸਮਝੀ ਹੋਏਗੀ ਕਿੰਨੀ ਲੈਂਡ ਚਾਹੀਦੀ ਹੈ, ਕਿੰਨੇ ਲੇਬਰਰਸ ਚਾਹੀਦੇ ਆ, ਕਿੰਨੀ ਕੈਪੀਟਲ ਚਾਹੀਦੀ ਹੈ। ਸੇਮ ਇਹਨਾਂ ਦੀ ਸਪਲਾਈ 'ਚ ਵੀ ਡਿਫਰੈਂਸ ਆ। ਰਿਲੇਸ਼ਨ ਬਿਟਵੀਨ ਪ੍ਰਾਈਸ ਐਂਡ ਸਪਲਾਈ,
ਪ੍ਰਾਈਸ ਤੇ ਸਪਲਾਈ ਦੇ ਵਿੱਚ ਵੀ ਇੱਕ ਰਿਲੇਸ਼ਨਸ਼ਿਪ ਹੁੰਦਾ। ਜੇ ਸਪਲਾਈ ਜ਼ਿਆਦਾ ਹੋਏਗੀ ਤਾਂ ਪ੍ਰਾਈਸ ਘਟ ਜਾਏਗਾ, ਸਪਲਾਈ ਘੱਟ ਹੋਏਗੀ ਤਾਂ ਪ੍ਰਾਈਸ ਜ਼ਿਆਦਾ ਹੋਏਗਾ। ਫਿਰ ਇਹਦੇ ਵਿੱਚ ਇੱਕ ਬੈਕਵਰਡ ਵੈਂਡਿੰਗ ਵੀ ਆਉਂਦੀ ਆ, ਪਿੱਛੇ ਵੱਲ ਨੂੰ ਮੁੜੀ ਹੋਈ। ਇਹ ਮੈਂ ਇੱਥੇ ਥੋੜ੍ਹੀ ਜਿਹੀ ਡਰਾ ਕਰ ਦਿੰਦੀ ਆ ਤੁਹਾਨੂੰ ਕਿ ਜਿਹੜੀ ਲੇਬਰ ਦੀ ਸਪਲਾਈ ਕਰਵਾ ਬਹੁਤੇ ਇਕੋਨੋਮਿਸਟ ਕਹਿੰਦੇ ਉਹ ਇੱਦਾਂ ਦੀ ਹੁੰਦੀ ਆ। ਇੱਧਰ ਸਪਲਾਈ ਆਫ ਲੇਬਰ ਆ, ਲੇਬਰ ਸਪਲਾਈ ਕਹਿ ਲਓ, LS ਕਹਿ ਲਓ, ਅਤੇ ਇੱਧਰ ਤੁਸੀਂ ਵੇਜ ਰੇਟ ਕਹਿ ਲਓ ਕਿ ਜਦੋਂ ਵੇਜ ਰੇਟ ਸ਼ੁਰੂ 'ਚ ਜਿੱਦਾਂ ਵੇਜ ਰੇਟ ਵੱਧਦਾ ਆ ਉੱਦਾਂ ਸਪਲਾਈ ਵੱਧਦੀ ਜਾਂਦੀ ਆ। ਦੇਖੋ ਪੋਜ਼ੀਟਿਵ ਸਲੋਪ ਆ, ਅਪਵਰਡ ਸਲੋਪ ਆ। ਪਰ ਫਿਰ ਕੀ ਹੋ ਜਾਂਦਾ ਇਹ ਲਾਈਨ, ਇਹਦਾ ਮਤਲਬ ਕੀ ਹੈਗਾ ਕਿ ਇਸ ਤੋਂ ਬਾਅਦ ਇੰਨੇ ਪਾਰਟ ਦੇ ਵਿੱਚ ਇਹ ਆ ਕਿ ਜੇ ਤੁਹਾਡੀ ਵੇਜਸ ਵਧਣਗੀਆਂ ਵੀ ਤਾਂ ਵੀ ਤੁਹਾਡੀ ਸਪਲਾਈ ਨਹੀਂ ਵਧੂਗੀ। ਅਤੇ ਉਸ ਤੋਂ ਬਾਅਦ ਇਹ ਹੈ ਕਿ ਜੇ ਵੇਜਸ ਵਧ ਗਈਆਂ ਸਪਲਾਈ ਘਟ ਜਾਏਗੀ, ਕਿਉਂਕਿ ਲੋਕੀ ਆਰਾਮ ਪਸੰਦ ਹੋ ਜਾਣਗੇ। ਲੋਕੀ ਇਸ ਲਈ ਇਹਨੂੰ ਕਹਿੰਦੇ ਬੈਕਵਰਡ ਬੈਂਡਿੰਗ ਹੁੰਦੀ ਹੈ, ਇਹ ਪਿੱਛੇ ਨੂੰ ਮੁੜੀ ਹੁੰਦੀ ਹੈ ਸਪਲਾਈ ਕਰਵ ਲੇਬਰ ਦੀ। ਅਤੇ ਇੱਦਾਂ ਦੀ ਸਪਲਾਈ ਕਰਵ ਸਾਡੀਆਂ ਗੁੱਡਸ ਦੀ ਥੋੜ੍ਹੀ ਹੁੰਦੀ ਹੈ। ਸਪਲਾਈ ਕਰਵ ਗੁੱਡਸ ਦੀ ਤਾਂ ਸਾਡੀ ਪੋਜ਼ੀਟਿਵ ਸਲੋਪ ਹੁੰਦੀ ਪ੍ਰਾਈਸ ਦੇ ਨਾਲ, ਪ੍ਰਾਈਸ ਜ਼ਿਆਦਾ ਸਪਲਾਈ ਜ਼ਿਆਦਾ, ਪ੍ਰਾਈਸ ਘੱਟ ਸਪਲਾਈ ਘੱਟ। ਉਸ ਤੋਂ ਬਾਅਦ ਰਿਲੇਸ਼ਨ ਬਿਟਵੀਨ ਦੀ ਕਾਸਟ ਐਂਡ ਸਪਲਾਈ। ਜੇ ਕਾਸਟ ਜ਼ਿਆਦਾ ਹੋਏਗੀ ਤਾਂ ਸਪਲਾਈ ਘੱਟ ਹੋਏਗੀ, ਜੇ ਕਾਸਟ ਘੱਟ ਹੋਏਗੀ ਤਾਂ ਸਪਲਾਈ ਜ਼ਿਆਦਾ ਹੋਏਗੀ। ਇਸ ਲਈ ਇਹਦੀ ਅਲੱਗ ਸਟੱਡੀ ਦੀ ਲੋੜ ਆ। ਇਸੇ ਲਈ ਇਹਦੀ ਅਲੱਗ ਸਟੱਡੀ ਦੀ ਲੋੜ ਆ ਕਿ ਹੋ ਬੇਸ਼ੱਕ ਡਿਮਾਂਡ ਅਤੇ ਸਪਲਾਈ ਫੋਰਸਿਸ ਦੇ ਨਾਲ ਹੀ ਸਾਰਾ ਕੁਛ ਡਿਸਾਈਡ ਹੁੰਦਾ। ਇੱਥੇ ਵੀ ਪ੍ਰਾਈਜ਼ਸ ਜਿਹੜੇ ਫੈਕਟਰਸ ਆਫ ਪ੍ਰੋਡਕਸ਼ਨ ਦੇ ਕਿੰਨੇ ਹੋਣਗੇ, ਪਰ ਇਹਨਾਂ ਦੀ ਸਪਲਾਈ ਅਤੇ ਇਹਨਾਂ ਦੀ ਡਿਮਾਂਡ ਦੇ ਵਿੱਚ ਅਲੱਗ ਫਰਕ ਹੁੰਦਾ। ਇਹ ਅਲੱਗ ਤਰ੍ਹਾਂ ਦੀ ਡਿਮਾਂਡ ਅਤੇ ਸਪਲਾਈ ਹੁੰਦੀ ਆ। ਠੀਕ ਹੈ ਜੀ, ਇਹਦੇ ਨਾਲ ਇੰਨਾ ਹੀ ਕੰਸੈਪਟ ਅਸੀਂ ਅੱਜ ਕਰਦੇ ਹਾਂ। ਥੈਂਕ ਯੂ ਸੋ ਮਚ।